ਕੀਤਾ ਜਾ ਰਿਹਾ ਜੋ ਉਹਨਾਂ ਨੇ ਅੱਜ ਅਸੀਂ ਜਿਹੜਾ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਉਸ ਵਿੱਚ ਦਿੱਲੀ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ ਜੋ ਪੰਥ ਵਿਰੋਧੀ ਕੰਮ ਕੀਤੇ ਜਾ ਰਹੇ ਆ ਉਸ ਦੇ ਬਾਰੇ ਜਥੇਦਾਰ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ। ਵਿਸ਼ੇਸ਼ ਤੌਰ ਦੇ ਉੱਤੇ ਜੋ ਸਰਨਾ ਭਰਾਵਾਂ ਨੂੰ ਪ੍ਰਮੋਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਦਾ ਮੂੰਹ ਦਿੱਲੀ ਵੱਲੇ ਖੋਲ੍ਹਿਆ ਗਿਆ ਹੈ, ਉਸ ਬਾਰੇ ਜਾਣਕਾਰੀ ਦਿੱਤੀ ਹੈ ਜਥੇਦਾਰ ਸਾਹਿਬ ਨੂੰ। ਸਰਨਾ ਭਰਾਵਾਂ ਵੱਲੋਂ ਜੋ ਦਿੱਲੀ ਦੇ ਵਿੱਚ ਤੇ ਹੋਰ ਸਟੇਟਾਂ ਦੇ ਵਿੱਚ ਯੂਪੀ, ਹਰਿਆਣਾ, ਪੰਜਾਬ ਜੋ ਉਹਨਾਂ ਦੇ ਪਰਿਵਾਰ ਵੱਲੋਂ ਸ਼ਰਾਬ ਦੇ ਨਸ਼ੇ ਦੇ ਕਾਰੋਬਾਰ ਕੀਤੇ ਜਾ ਰਹੇ ਆ, ਜਿਸ ਵਿੱਚ ਉਹਨਾਂ ਦੇ ਪਰਿਵਾਰ ਨੂੰ ਈਡੀ ਤੇ ਸੀਬੀਆਈ ਵੱਲੋਂ ਨੋਟਿਸ ਭੇਜੇ ਗਏ, ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ, ਕੋਰਟ ਦੇ ਵਿੱਚ ਕੇਸ ਉਹਨਾਂ ਦੇ ਖਿਲਾਫ ਸ਼ੁਰੂ ਹੋਏ ਆ, ਉਸ ਦੀ ਜਾਣਕਾਰੀ ਦਿੱਤੀ ਹੈ। ਔਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਨ੍ਹਾਂ ਦੇ ਪਰਿਵਾਰ ਸ਼ਰਾਬ ਦੇ ਨਸ਼ਿਆਂ ਦੇ ਵਿੱਚ ਕਾਰੋਬਾਰ ਦੇ ਵਿੱਚ ਪਏ ਹੋਣ ਔਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੋਏ, ਉਹਨਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦਾ ਪੈਸਾ, ਇਸ ਦੇ ਬਾਰੇ ਵੀ ਅਸੀਂ ਜਥੇਦਾਰ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ। ਸਰਨਾ ਭਰਾ ਜਿਹੜੇ ਕਿ ਸ਼ੁਰੂ ਤੋਂ ਹੀ ਪੰਥ ਵਿਰੋਧੀ ਕਾਰਜਾਂ ਦੇ ਵਿੱਚ ਇਨਵੋਲਵ ਰਹੇ ਆ, ਜੇ ਅਸੀਂ 1984 ਦੀ ਗੱਲ ਕਰੀਏ ਤੇ ਉਹਨਾਂ ਨੇ ਚਾਹੇ ਉਹ ਸੱਜਣ ਕੁਮਾਰ ਹੋਵੇ, ਜਗਦੀਸ਼ ਟਾਈਟਲਰ ਹੋਵੇ, ਚਾਹੇ ਕਮਲਨਾਥ ਹੋਵੇ, ਉਹਨਾਂ ਨੂੰ ਬਚਾਉਣ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹਮੇਸ਼ਾ ਹੀ। ਅੱਜ ਵੀ ਉਹਨਾਂ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਫਾਈਨਲ ਸਟੇਜ ਦੇ ਉੱਤੇ ਹੈ। ਜਗਦੀਸ਼ ਟਾਈਟਲਰ ਦੀ ਜੋ ਦੁਬਾਰਾ ਰੀ-ਇਨਵੈਸਟੀਗੇਸ਼ਨ ਹੋਈ ਹੈ, ਸੀਬੀਆਈ ਕਲੋਜ਼ਰ ਫਾਈਲ ਸੀ ਜਿਹੜੀ, ਉਹ ਕੇਸ ਚੱਲ ਰਿਹਾ। ਕਮਲਨਾਥ ਦਾ ਹਾਈ ਕੋਰਟ ਦੇ ਵਿੱਚ ਅਸੀਂ ਦੁਬਾਰਾ ਪਟੀਸ਼ਨ ਪਾ ਕੇ ਕੇਸ ਸ਼ੁਰੂ ਕੀਤਾ ਹੈ। ਇੱਕ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1984 ਦੇ ਕਾਤਲਾਂ ਨੂੰ, 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਾਤ ਦਿਨ ਇੱਕ ਕਰ ਰਹੀ ਹੈ, ਔਰ ਦੂਸਰੇ ਪਾਸੇ ਸਰਨਾ ਭਰਾਵਾਂ ਨੇ ਜਿਵੇਂ ਪਹਿਲੇ ਕੋਸ਼ਿਸ਼ ਕੀਤੀ ਆ, ਅੱਜ ਵੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ, ਸੂਤਰਾਂ ਤੋਂ ਪਤਾ ਲੱਗਦਾ ਕਿ ਅੱਜ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ, ਔਰ ਕਿਤੇ ਨਾ ਕਿਤੇ ਉਹਨਾਂ ਨੂੰ ਸ਼ੈਲਟਰ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਹਮੇਸ਼ਾ ਹੀ ਸਿੱਖ ਵਿਰੋਧੀ ਕੰਮਾਂ ਦੇ ਵਿੱਚ ਇਹ ਇਨਵੋਲਵ ਰਹੇ ਆ। ਹਾਲ ਹੀ ਦੇ ਵਿੱਚ ਦਿੱਲੀ ਦੇ ਵਿੱਚ ਐਮਸੀਡੀ ਦੀ ਇਲੈਕਸ਼ਨ ਹੋਈ, ਜਿਸ ਵਿੱਚ ਇੱਕ ਬੀਬੀ ਪਰਮਜੀਤ ਕੌਰ ਜੋ ਕਿ 1984 ਦੇ ਪੀੜਤ ਪਰਿਵਾਰ ਤੋਂ ਹੈ, ਉਸ ਨੂੰ ਟਿਕਟ ਮਿਲੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਬੀਬੀ ਦੀ ਪੂਰੀ ਸਪੋਰਟ ਦੇ ਵਿੱਚ ਆ ਕੇ ਇਹ ਕੋਸ਼ਿਸ਼ ਕੀਤੀ ਕਿ ਉਸ ਨੂੰ ਜਿਤਾਇਆ ਜਾਏ ਤਾਂ ਕਿ 1984 ਦੇ ਪੀੜਤਾਂ ਦੀ ਮਦਦ ਹੋ ਸਕੇ, ਕਿਉਂਕਿ ਉਹ ਉਸ ਕਲੋਨੀ ਤੋਂ, ਜਿਹੜੀ ਵਿਧਵਾ ਕਲੋਨੀ ਤਿਲਕ ਵਿਹਾਰ ਦੀ ਆ, ਉਸ ਕਲੋਨੀ ਤੋਂ ਬਿਲੋਂਗ ਕਰਦੀ ਸੀ। ਲੇਕਿਨ ਸਰਨਾ ਭਰਾਵਾਂ ਨੇ ਰੱਜ ਕੇ ਉਸ ਦਾ ਵਿਰੋਧ ਕੀਤਾ, ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਵਿਰੋਧ ਕੀਤਾ, ਔਰ ਇਹ ਕੋਸ਼ਿਸ਼ ਕੀਤੀ ਕਿ ਉਸ ਨੂੰ ਹਰਾਇਆ ਜਾਏ, ਔਰ ਉਸ ਨੂੰ ਉਸ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਹਰਾਇਆ। ਇੱਕ ਵਿਸ਼ੇਸ਼ ਚੈਨਲ ਦੇ ਮਾਧਿਅਮ ਦੇ ਨਾਲ ਸਰਨਾ ਭਰਾਵਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਇਸ ਗੱਲ ਦੀ ਹੁਕਮ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਚਲਾਏ, ਆਪਣਾ ਚੈਨਲ ਸ਼ੁਰੂ ਕਰੇ।
ਲੇਕਿਨ ਅੱਜ ਵੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਉਹ ਪੀਟੀਸੀ ਚੈਨਲ ਦੇ ਉੱਤੇ ਹੋ ਰਿਹਾ ਹੈ। ਇੱਕ ਪਰਿਵਾਰ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਔਰ ਉਸੇ ਚੈਨਲ ਦੇ ਮਾਧਿਅਮ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਸ਼ਰਾਬ ਦੇ ਨਸ਼ਿਆਂ ਦੇ ਵਿੱਚ ਜਿਨ੍ਹਾਂ ਦੇ ਪਰਿਵਾਰ ਇਨਵੋਲਵ ਹੈ, ਜੋ ਕਿ ਥੋੜਾ ਸਮਾਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਬਣੇ ਆ, ਉਹਨਾਂ ਨੂੰ ਉਸ ਚੈਨਲ ਦੇ ਮਾਧਿਅਮ ਦੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ। ਔਰ ਸੂਤਰਾਂ ਤੋਂ ਇਹ ਵੀ ਜੋ ਪਤਾ ਚੱਲਿਆ, ਜੋ ਮਾਰਕੀਟ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਪੀਟੀਸੀ ਚੈਨਲ ਵੱਲੋਂ ਕਰੋੜਾਂ ਰੁਪਈਆ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਬਕਾਇਆ ਹੈ। ਇਸ ਗੱਲ ਦੀ ਜਥੇਦਾਰ ਸਾਹਿਬ ਨੇ ਵੀ ਜੋ ਪੀਟੀਸੀ ਚੈਨਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੀ ਇਕਰਾਰਨਾਮਾ ਹੋਇਆ ਉਸ ਨੂੰ ਜਗ ਜ਼ਾਹਰ ਕਰਨ ਦੀ ਗੱਲ ਕੀਤੀ ਸੀ, ਲੇਕਿਨ ਅੱਜ ਤੱਕ ਉਹ ਇਕਰਾਰਨਾਮਾ ਨਹੀਂ ਦੱਸਿਆ ਗਿਆ, ਸੰਗਤ ਨੂੰ ਨਹੀਂ ਦੱਸਿਆ ਗਿਆ ਕਿ ਉਸ ਇਕਰਾਰਨਾਮੇ ਦੇ ਤਹਿਤ ਕੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਸੀ, ਕੀ ਲੈਣਾ ਦੇਣਾ ਸੀ। ਲੇਕਿਨ ਇਹ ਜੋ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਕਰੋੜਾਂ ਰੁਪਈਆ ਪੀਟੀਸੀ ਚੈਨਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੀ ਜਿਹੜਾ ਬਕਾਇਆ ਦੇਣਾ ਹੈ। ਜੋ ਪੰਥ ਵਿਰੋਧੀ ਹੈ, ਜਿਨ੍ਹਾਂ ਨੇ ਪੰਥ ਵਿਰੋਧੀ ਕੰਮ ਕੀਤੇ ਆ, ਜਿਨ੍ਹਾਂ ਨੇ ਕੌਮ ਦਾ ਘਾਣ ਕੀਤਾ ਹੈ, ਜਿਨ੍ਹਾਂ ਨੇ 1984 ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਅੱਜ ਅਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਜੋ ਕਿਤੇ ਨਾ ਕਿਤੇ ਭਟਕੇ ਆ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਗੱਲ ਕਰ ਰਹੇ ਹਾਂ। ਲੇਕਿਨ ਦੂਸਰੇ ਪਾਸੇ ਜੋ ਦਿੱਲੀ ਇਕਾਈ ਦੇ ਪ੍ਰਧਾਨ ਬਣੇ ਆ ਉਹਨਾਂ ਦਾ ਪਰਿਵਾਰ ਨਸ਼ਿਆਂ ਦੇ ਵਿੱਚ ਇਨਵੋਲਵ ਹੈ। ਇਸ ਗੱਲ ਦੀ ਪ੍ਰੋੜਤਾ ਈਡੀ ਔਰ ਸੀਬੀਆਈ ਦੇ ਜੋ ਨੋਟਿਸ ਹੈ, ਇਨਵੈਸਟੀਗੇਸ਼ਨ ਹੋ ਗਈ ਆ, ਕੇਸ ਸ਼ੁਰੂ ਹੋ ਗਏ ਆ, ਇਹ ਪੱਕੀ ਮੋਹਰ ਉਸ ਦੇ ਉੱਤੇ ਲੱਗ ਗਈ ਆ ਕਿ ਉਹਨਾਂ ਦੇ ਪਰਿਵਾਰ ਨਸ਼ਿਆਂ ਦੇ ਵਿੱਚ ਇਨਵੋਲਵ ਹੈ। ਸੋ ਅੱਜ ਸਾਨੂੰ ਜੋ ਅਸੀਂ ਇਹ ਪੱਤਰ ਜਥੇਦਾਰ ਸਾਹਿਬ ਨੂੰ ਦਿੱਤਾ ਹੈ, ਉਸ ਦੇ ਵਿੱਚ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਜਿੱਥੇ ਸਰਨਾ ਭਰਾਵਾਂ ਦੀਆਂ ਪੰਥ ਵਿਰੋਧੀ, ਕੌਮ ਵਿਰੋਧੀ ਔਰ ਉਹਨਾਂ ਦੇ ਪਰਿਵਾਰਾਂ ਦੀ ਨਸ਼ੇ ਦੇ ਵਿੱਚ ਇਨਵੋਲਵਮੈਂਟ ਹੋਣ ਦੇ ਬਾਵਜੂਦ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ, ਤੇ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਕਿ ਜਥੇਦਾਰ ਸਾਹਿਬ ਨੇ ਜੋ ਹੁਕਮ ਕੀਤਾ ਸੀ ਕਿ ਉਹ ਇਕਰਾਰਨਾਮਾ ਵੀ ਜਗ ਜ਼ਾਹਿਰ ਕਰਨ ਔਰ ਆਪਣਾ ਚੈਨਲ ਜਿਹੜਾ ਸ਼ੁਰੂ ਕਰਨ, ਉਸ ਦਾ ਵੀ ਜਥੇਦਾਰ ਸਾਹਿਬ ਦੇ ਹੁਕਮ ਦੀ ਜਿਹੜੀ ਆ ਉਲੰਘਣਾ ਹੈ। ਸੋ ਅਸੀਂ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾਏ ਔਰ ਜੋ ਬਣਦੀ ਕਾਰਵਾਈ ਆ ਉਹ ਇਹਨਾਂ ਦੇ ਖਿਲਾਫ ਕੀਤੀ ਜਾਏ। ਇਹ ਅੱਜ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ। ਦੇਖੋ, ਇਹ ਸਰਨਾ ਭਰਾਵਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜੋ ਸਰਨਾ ਭਰਾਵਾਂ ਦੇ ਪਰਿਵਾਰ ਦੀਆਂ ਫੈਕਟਰੀਆਂ ਸੀ ਉਹਨਾਂ ਦੇ ਖਿਲਾਫ। ਇਹ ਜਗ ਜ਼ਾਹਰ ਹੈ ਕਿ ਸਰਨਾ ਭਰਾਵਾਂ ਦੇ ਕਿਹੜੇ ਮੈਂਬਰ ਜਿਹੜੇ ਆ ਉਹ ਨਸ਼ੇ ਦੇ ਕਾਰੋਬਾਰ 'ਚ ਆ, ਉਹਨਾਂ ਨੂੰ ਨੋਟਿਸ ਈਡੀ ਅਖਬਾਰਾਂ ਦੇ ਵਿੱਚ ਸਭ ਦੇ ਨਾਮ ਆ ਚੁੱਕੇ ਆ। ਪਰਮਜੀਤ ਸਿੰਘ ਸਰਨਾ ਜਾਂ ਹਰਵਿੰਦਰ ਸਿੰਘ ਸਰਨਾ ਨੂੰ ਈਡੀ ਨੇ ਕਦੀ ਤਲਬ ਕੀਤਾ ਇਸ ਮਾਮਲੇ ਦੇ ਵਿੱਚ? ਦੇਖੋ, ਅਸੀਂ ਪਰਿਵਾਰ ਦੀ ਗੱਲ ਕਰ ਰਹੇ ਹਾਂ। ਜੇ ਕਿਸੇ ਪਰਿਵਾਰ ਦੇ ਵਿੱਚ ਜਦੋਂ ਆਪਾਂ ਪਰਿਵਾਰ ਦੀ ਗੱਲ ਕਰਦੇ ਹਾਂ, ਹਾਂਜੀ, ਪਰਿਵਾਰ ਦੀ ਗੱਲ ਕਰਦੇ ਆ ਤੇ ਇੱਕ ਪਰਿਵਾਰਕ ਮੈਂਬਰ ਜਿਹੜਾ ਤੁਸੀਂ ਹੁਣ ਦੱਸਿਆ ਜੀ ਸਿੰਘ ਸਰਨਾ ਜੀ ਉਹ ਵੀ ਫਿਰ ਉਹ ਵੀ ਜਿੰਨੇ ਪਰਮਜੀਤ ਸਿੰਘ ਸਰਨਾ ਜਾਂ ਰਵਿੰਦਰ ਸਿੰਘ ਸਰਨਾ ਦੋਸ਼ੀ ਹੋਏ ਉਹ ਵੀ ਉਸ ਹਿਸਾਬ ਸਿਰ ਦੋਸ਼ੀ ਹੋਏ ਤੇ ਪਰਿਵਾਰ ਦੀ ਗੱਲ ਕਰਦੇ ਫਿਰ ਉਹ ਵੀ ਦੋਸ਼ੀ ਹੋਏ। ਨਹੀਂ, ਪਰਿਵਾਰ ਦੀ ਗੱਲ ਕਰ ਰਹੇ ਆ ਕਿ ਉਹਨਾਂ ਦੀ ਜੋ ਉਹਨਾਂ ਦੀ ਬੇਟੀ ਹੈ ਉਸ ਨੂੰ ਤਲਬ ਕੀਤਾ ਗਿਆ ਸੀਬੀਆਈ ਵੱਲੋਂ, ਈਡੀ ਵੱਲੋਂ ਔਰ ਉਹਨਾਂ ਦੇ ਖਿਲਾਫ ਨੋਟਿਸ ਵੀ ਇਸ਼ੂ ਹੋਏ ਆ, ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਈ ਆ, ਉਹਨਾਂ ਦੇ ਖਿਲਾਫ ਕੇਸ ਵੀ ਹੋਇਆ। ਸਰਨਾ ਸਾਹਿਬ ਵੀ ਦੋਸ਼ੀ ਹੋਏ, ਕੋਈ ਰਿਸ਼ਤੇਦਾਰੀ ਜਦੋਂ ਰਿਸ਼ਤੇਦਾਰੀ ਪਰਿਵਾਰ ਹੈ ਤੇ ਪਰਿਵਾਰ ਦੇ ਨਾਲ ਉਹ ਬਿਲਕੁਲ ਦੋਸ਼ੀ ਨਹੀਂ। ਅਗਲੇ ਘਰ ਨਹੀਂ ਚਲੇਗੀ ਜੀ, ਪਰਿਵਾਰ ਤੇ ਉਹਨਾਂ ਦਾ ਹੀ ਆ ਨਾ, ਅਗਲੇ ਘਰ ਕਿਵੇਂ ਚਲੇਗੀ?
ਪਰਿਵਾਰ ਤੇ ਉਹਨਾਂ ਦੇ ਉਸੇ ਪਰਿਵਾਰ ਦੇ ਵਿੱਚੋਂ ਹੀ ਆ ਨਾ, ਉਸੇ ਤੁਹਾਡੇ ਕੋਲ ਅੱਜ ਉਹਨਾਂ ਦੀ ਗੱਲ ਹੈ। ਕਾਲੋ ਸਾਹਿਬ ਅੱਜ ਉਹਨਾਂ ਦੇ ਕਿ ਸੁਖਬੀਰ ਸਿੰਘ ਬਾਦਲ ਦੇ ਇਹ ਗੱਲ ਅਗਲੇ clear ਕਰੋ ਪਰਿਵਾਰ ਤੋਂ ਕਿ ਕੀ ਸਰਨਾ ਸਾਹਿਬ ਜਿਹੜੇ ਆ ਉਹ ਉਹਨਾਂ ਨੂੰ ਸ਼ੈਲਟਰ ਦਿੰਦੇ ਆ ਆਪਣੇ ਰਿਸ਼ਤੇਦਾਰਾਂ ਨੂੰ, ਫੇਰ ਬਿਲ- ਉਹ ਦੋਸ਼ੀ ਹੋਣਗੇ। ਬਿਲਕੁਲ ਸ਼ੈਲਟਰ ਦਿੰਦੇ, ਸ਼ੈਲਟਰ ਦੇਣ ਕਰਕੇ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ। ਪਿਛਲੇ 20-22 ਸਾਲਾਂ ਤੋਂ ਲਗਾਤਾਰ ਉਹ ਪਾਣੀ ਪੀ ਪੀ ਕੇ ਕੋਸਦੇ ਸੀ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 20 ਸਾਲਾਂ ਤੋਂ ਸਰਨਾ ਭਰਾ ਜਿਹੜੇ ਕੋਸਦੇ ਆਏ ਸੀ, ਅੱਜ ਐਸਾ ਕੀ ਉਹਨਾਂ ਦਾ ਪਿਆਰ ਜਾਗ ਪਿਆ ਕਿ ਉਹ ਉਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਇਹਦਾ ਕਾਰਨ ਇਹੀ ਸੀ ਕਿ ਉਹਨਾਂ ਨੂੰ ਪੰਥਕ ਕਵਚ ਚਾਹੀਦਾ ਸੀ, ਉਹਨਾਂ ਨੂੰ ਸ਼ੈਲਟਰ ਚਾਹੀਦਾ ਸੀ ਈਡੀ ਸੀਬੀਆਈ ਤੋਂ ਬਚਣ ਲਈ, ਜਿਹਦੇ ਕਰਕੇ ਮੈਂ ਸਮਝਦਾ ਕਿ ਉਹਨਾਂ ਨੇ ਇਹ ਜਿਹੜਾ ਕਦਮ ਪੁੱਟਿਆ। ਹਰਮੀਤ ਸਿੰਘ ਕਾਲਕਾ ਤੇ ਤੁਹਾਡੇ ਵੱਲੋਂ ਵੀ ਜਿਹੜਾ ਸੀ ਉਹ ਸਿਰਸਾ ਸਾਹਿਬ ਦੇ ਖਿਲਾਫ ਕਾਫੀ ਕੁਝ ਬੋਲਿਆ ਜਾਂਦਾ ਸੀ। ਅੱਜ ਆਪਾਂ ਵੀ ਨਾਲ ਇਕੱਠੇ ਹੋ ਕੇ ਜੁੜਨਦੇ ਆ, ਕਿਤੇ ਨਾ ਕਿਤੇ ਸਾਂਝ ਪੈ ਜਾਂਦੀ ਹੈ, ਕਿਤੇ ਨਾ ਕਿਤੇ ਤੇ ਸਾਂਝ ਪੈ ਜਾਂਦੀ ਹੈ। ਨਹੀਂ, ਸਾਡੇ ਵੱਲੋਂ ਜਦੋਂ ਸਰਸਾ ਸਾਹਿਬ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਸਾਰੀ ਟੀਮ ਇੱਕ ਸੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹ ਮੈਂਬਰ ਨਹੀਂ ਬਣੇ, ਉਹ ਆਪਣਾ ਉਹਨਾਂ ਦੂਸਰੀ ਪਾਰਟੀ ਜੁਆਇਨ ਕਰ ਲਈ ਆ। ਠੀਕ ਹੈ, ਉਹ ਸਰਕਾਰ ਦੇ ਨੁਮਾਇੰਦੇ ਆ, ਲੇਕਿਨ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਚਲਾ ਰਹੀ ਹੈ, ਇੰਡੀਪੈਂਡੈਂਟ ਪ੍ਰਬੰਧ ਚਲਾ ਰਹੀ ਹੈ। ਕੋਈ ਐਸਾ ਕੋਈ ਇੱਕ ਸ਼੍ਰੋਮਣੀ ਕਮੇਟੀ ਦੇ ਗੋਲਕ ਦਾ ਦੋਸ਼ ਲਾਇਆ ਕਿ ਸਰਨੇ ਭਰਾਵਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ। ਇਹਦੇ ਕੀ ਸਬੂਤ ਨੇ ਕਿ ਕਿੰਨਾ ਕੁ ਖਰਚ ਕਰ ਚੁੱਕੇ ਨੇ, ਕਰੋੜਾਂ ਰੁਪਏ ਕਹਿ ਰਹੇ। ਇਹਦਾ ਸਬੂਤ ਹੈ ਕਿ ਹੁਣੇ ਰੀਸੈਂਟਲੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਜਿਹੜੀ ਸਰਨਾ ਸਾਹਿਬ ਨੇ ਕੀਤੀ ਆ, ਜਿਹਦੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਉਹਨਾਂ ਦੇ ਨਾਲ ਬੈਠੇ ਆ, ਉਹਦੇ ਵਿੱਚ ਉਹਨਾਂ ਨੇ 5-5 ਕਰੋੜ ਰੁਪਈਆ ਜਿਹੜਾ ਉਹ ਚਾਹੇ ਦਿੱਲੀ ਨੂੰ ਦੇਣ ਵਾਸਤੇ ਗੱਲ ਕੀਤੀ ਆ। ਜਿਹੜੇ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਵਿੱਚ ਆਲਰੇਡੀ ਕਰ ਰਹੀ ਆ, ਉੱਥੇ ਫ੍ਰੀ MRI ਕਰ ਰਹੀ ਆ, ਫ੍ਰੀ ਡਾਇਲਿਸਿਸ ਕਰ ਰਹੀ ਆ, CT ਸਕੈਨ ਕਰ ਰਹੀ ਆ, ਯਾਤਰਾਵਾਂ ਜਿਹੜੀਆਂ ਸੰਗਤ ਦੀਆਂ ਦਿੱਲੀ ਦੀਆਂ ਉਹਨਾਂ ਨੂੰ ਮੁਹੱਈਆ ਕਰਾਈ ਜਾ ਰਹੀਆਂ ਬੱਸਾਂ ਦਿੱਲੀ ਕਮੇਟੀ ਵੱਲੋਂ। ਤੇ ਮੈਂ ਸਮਝਦਾ ਉਸੇ ਕੰਮ ਨੂੰ ਰਿਪੀਟ ਕਰਨਾ ਇਹ ਸਰਨਾ ਭਰਾਵਾਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਸੀ, ਨਾ ਕਿ ਸੰਗਤ ਦੀ, ਕਿਉਂਕਿ ਸੰਗਤ ਨੂੰ ਤਾਂ ਸੁਵਿਧਾ ਮਿਲ ਰਹੀ ਸੀ। ਜੇ ਸ਼੍ਰੋਮਣੀ ਕਮੇਟੀ ਕਰਨਾ ਚਾਹੁੰਦੀ ਸੀ ਤੇ ਪੰਜਾਬ ਦੇ ਵਿੱਚ MRI ਫ੍ਰੀ ਕੀਤੀ ਜਾ ਸਕਦੀ ਸੀ, CT ਸਕੈਨ ਕੀਤੇ ਜਾ ਸਕਦੇ ਆ, ਮੈਡੀਕਲ ਸੁਵਿਧਾ ਫ੍ਰੀ ਦਿੱਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ। ਦਿੱਲੀ ਦੇ ਵਿੱਚ ਜਾ ਕੇ ਦੇਣ ਦੀ ਕੀ ਲੋੜ ਪੈ ਗਈ। ਕਾਲੋ ਸਾਹਿਬ ਤੁਸੀਂ ਕਹਿੰਦੇ ਪਏ ਹੋ ਸਰਨਾ ਭਰਾਵਾਂ ਤੇ ਸ਼੍ਰੋਮਣੀ ਕਮੇਟੀ ਪੈਸੇ ਖਰਚ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਕਈ ਸਕੂਲਾਂ ਦੇ ਟੀਚਰ ਧਰਨੇ ਲਾ ਕੇ ਬੈਠੇ ਨੇ ਕਿ ਉਹਨਾਂ ਨੂੰ 6-6 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਉਹ ਇੱਥੇ ਤੇ ਤਨਖਾਹ ਦੇਣ ਦੀ ਹਾਲਤ 'ਚ ਨਹੀਂ ਹੈਗੇ ਤੇ ਉੱਥੇ ਦਿੱਲੀ 'ਚ ਕਿਸ ਤਰ੍ਹਾਂ ਖਰਚ ਕਰਨਗੇ? ਤੇ ਫਿਰ ਇਹ ਤੇ ਉਹਨਾਂ ਉਹ ਜਵਾਬ ਦੇਣਗੇ ਨਾ ਜੀ। ਇਹ ਤੇ ਜਥੇਦਾਰ ਸਾਹਿਬ ਨੂੰ ਅਸੀਂ ਖੁਦ ਵਕੀਲ ਹੋ। ਇਹੋ ਬੇਨਤੀ ਅਸੀਂ ਜਥੇਦਾਰ ਸਾਹਿਬ ਨੂੰ ਕੀਤੀ ਆ ਕਿ ਇਸ ਦਾ ਪੁੱਛਿਆ ਜਾਏ ਕਿ ਜੇ ਪੰਜਾਬ ਦੇ ਵਿੱਚ ਲੋੜ ਹੈ, ਪੰਜਾਬ ਦੇ ਵਿੱਚ ਟੀਚਰ ਧਰਨਾ ਦੇ ਰਿਹਾ ਜਿੱਦਾਂ ਤੁਸੀਂ ਦੱਸਿਆ, ਜਾਂ ਇੱਥੇ ਦਾ ਸਟਾਫ ਧਰਨਾ ਦੇ ਰਿਹਾ, ਤੇ ਫਿਰ ਦਿੱਲੀ ਦੇ ਵਿੱਚ ਜਾ ਕੇ 5 ਕਰੋੜ ਰੁਪਈਆ ਅਨਾਉਂਸ ਕਰਨ ਦੀ ਕੀ ਲੋੜ ਪੈ ਗਈ? ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਬੱਗੀ ਸਿੱਖਾਂ ਦੀ ਰਿਹਾਈ ਦੇ ਲਈ ਆਪਾਂ ਜਿਹੜਾ MP ਚੋਣਾਂ ਹੋਈਆਂ ਸੀ ਉਹਦਾ ਵਿਰੋਧ ਕਰਾਂਗੇ ਇੱਕ ਪਾਰਟੀ ਦਾ। ਕੀ ਪਰਮਜੀਤ ਕੌਰ ਜੀ ਖਾਲਸਾ ਜਿਹੜੇ ਉਸੇ ਪਾਰਟੀ 'ਚ ਸੀ ਜਿਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਵੱਖਰੀ ਸੀ? ਇਹ ਤਾਂ ਹੁਣ ਸਰਨਾ ਸਾਹਿਬ ਦੱਸਣਗੇ ਕਿ ਉਹਨਾਂ ਨੇ ਕਿਹੜੀ ਪਾਰਟੀ ਦਾ ਵਿਰੋਧ ਕੀਤਾ। ਲੇਕਿਨ ਸਵਾਲ ਇੱਥੇ 1984 ਦੇ ਪੀੜਤ ਪਰਿਵਾਰ ਦੀ ਗੱਲ ਆ ਰਹੀ ਸੀ, ਪਾਰਟੀ ਦੀ ਗੱਲ ਨਹੀਂ ਆ ਰਹੀ ਸੀ। ਜਦੋਂ 1984 ਦਾ ਪੀੜਤ ਪਰਿਵਾਰ ਜਾਂ ਸਾਡਾ ਕੋਈ ਸ਼ਹੀਦ ਪਰਿਵਾਰ ਕਿੱਥੇ ਵੀ ਖੜਾ, ਸਾਨੂੰ ਉਹਨਾਂ ਦੀ ਮਦਦ ਜਿਹੜੀ ਆ ਕਰਨੀ ਚਾਹੀਦੀ ਸੀ, ਲੇਕਿਨ ਸਰਨਾ ਭਰਾਵਾਂ ਨੇ ਉਸ ਦਾ ਵਿਰੋਧ ਕੀਤਾ। ਕਿਉਂਕਿ ਤੁਹਾਡੀ ਮਦਦ ਪੂਰੀ ਨਹੀਂ ਪਈ, ਇਹਦਾ ਮਤਲਬ ਸਰਨਾ ਭਰਾਵਾਂ ਦੀ ਮਦਦ ਹੋ ਜਾਂਦੀ ਤੇ ਬੀਬੀ ਪਰਮਜੀਤ ਕੌਰ ਜਿੱਤ ਸਕਦੇ ਸੀ। ਜਿੱਤਣਾ ਜਾਂ ਨਾ ਜਿੱਤਣਾ ਇਹ ਬਾਅਦ ਦੀ ਗੱਲ ਹੈ, ਲੇਕਿਨ ਸਾਡਾ ਇੱਕ ਪੰਥਕ ਪਾਰਟੀ ਹੋਣ ਦੇ ਨਾਤੇ ਫਰਜ਼ ਬਣਦਾ ਸੀ ਕਿ ਉਸ ਦੀ ਮਦਦ ਕੀਤੀ ਜਾਵੇ। ਚਲੋ ਆਪਾਂ ਮੇਨ ਮੁੱਦੇ ਤੇ ਆਈਏ, ਜਿਹੜਾ ਤੁਸੀਂ ਦਿੱਤਾ ਵੀ ਜਥੇਦਾਰ ਸਾਹਿਬ ਨੂੰ ਵੀ ਸਰਨਾ ਭਰਾਵਾਂ ਦਾ ਸ਼ਰਾਬ ਦੇ ਕਾਰੋਬਾਰ, ਜੀ ਉਹਦਾ ਕੋਈ ਸਬੂਤ ਕੋਈ ਪੇਸ਼ ਤਾਂ ਕਰੋ ਜੀ। ਤੁਸੀਂ ਤਾਂ ਵਕੀਲ ਹੋ, ਤੁਸੀਂ ਤਾਂ ਇਹ ਸਮਝਦੇ ਹੋ ਕਿ ਕਾਨੂੰਨ ਜਿਹੜਾ ਹੈ ਉਹ ਸਬੂਤਾਂ ਤੇ ਚੱਲਦਾ। ਤੁਸੀਂ ਤਾਂ ਕੋਈ ਸਬੂਤ ਦਿਖਾਓ ਵੀ ਇਸ ਤੋਂ ਵੱਡਾ ਸਰਨੇ ਦੀ ਸ਼ਰਾਬ ਦੀ ਫੈਕਟਰੀ ਆ, ਇਸ ਤੋਂ ਵੱਡਾ ਤੁਹਾਡੇ ਕੋਲ ਆ, ਉਸੇ ਸਰਨੇ ਤੋਂ ਹੀ ਕਹਾ ਦਿਓ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਜੀ ਕਿ ਉਹਨਾਂ ਦੀ ਬੇਟੀ ਆ ਜਿਸ ਨੂੰ CBI ED ਨੇ ਨੋਟਿਸ ਦੇ ਕੇ ਬੁਲਾ ਕੇ ਕਈ ਘੰਟੇ ਤੱਕ ਪੁੱਛਗਿੱਛ ਕੀਤੀ ਆ ਔਰ ਹੁਣ ਕੋਰਟ ਦੇ ਵਿੱਚ ਕੇਸ ਆ। ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ? ਇਸ ਦੇ ਵਿੱਚ ਇੱਕ ਸਿਸਟਮ ਚੱਲਦਾ ਪਿਆ ਕਿ ਜਿਹੜਾ ਸੱਤਾਧਾਰੀ ਧਿਰ ਤੋਂ ਥੋੜਾ ਜਿਹਾ ਬਗਾਵਤ ਕਰਨ ਲੱਗਦਾ ਹੈ, ਉਹ ED ਤੇ CBI ਦੀ ਜਿਹੜਾ ਹੈਗਾ ਨਿਸ਼ਾਨੇ ਤੇ ਆ ਜਾਂਦਾ। ਇਹ ਨਸ਼ੇ ਲੰਮੇ ਸਮੇਂ ਤੋਂ ਨਹੀਂ ਜੀ, ਉਹਨਾਂ ਨੂੰ ਨਸ਼ੇ ਦੇ ਵਿੱਚ ਜੋ ਉਹਨਾਂ ਦਾ ਕਾਰੋਬਾਰ ਸੀ, ਜੋ ਦਿੱਲੀ ਦੇ ਵਿੱਚ ਜੋ ਪਾਲਿਸੀ ਜੋ ਬਣਾਈ ਗਈ ਉਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਸੀ, ਉਹਨਾਂ ਦੀ ਕੰਪਨੀਆਂ ਦੀ ਇਨਵੋਲਵਮੈਂਟ ਸੀ, ਜਿਹਦੇ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ। ਠੀਕ ਹੈ ਜੀ।
ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਔਰ ਸ਼੍ਰੋਮਣੀ ਕਮੇਟੀ ਵੱਲੋਂ ਵੀਰਪਾਲ ਦਿਵਸ ਤੇ ਇਤਰਾਜ਼ ਕੀਤਾ ਗਿਆ ਸੀ ਨਾਂ ਨੂੰ ਲੈ ਕੇ, ਤੇ ਦਿੱਲੀ ਕਮੇਟੀ ਨੇ ਉਹ ਦਿਨ ਮਨਾਇਆ ਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਮੌਰ ਮੰਨਦੀ ਹੈ, ਔਰ ਜੋ ਹੁਕਮ ਹੈ ਹਮੇਸ਼ਾ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰ ਮੱਥੇ ਦੇ ਉੱਤੇ ਮੰਨਿਆ ਗਿਆ ਹੈ। ਔਰ ਇਸ ਤਰ੍ਹਾਂ ਦਾ ਕੋਈ ਵੀ ਹੁਕਮ ਨਹੀਂ ਸੀ ਕਿ ਇਹ ਦਿਨ ਨਹੀਂ ਮਨਾਉਣਾ, ਇਸ ਤਰ੍ਹਾਂ ਦਾ ਕੋਈ ਨਹੀਂ ਸੀ। ਜੇ ਕੋਈ ਹੈ ਤਾਂ ਤੁਸੀਂ ਦਿਖਾ ਦਿਓ, ਇਹੋ ਜੀ ਕੋਈ ਗੱਲ ਨਹੀਂ ਸੀ। ਵੱਡੇ ਪੱਧਰ ਦੇ ਉੱਤੇ ਦਿਨ ਮਨਾਇਆ ਗਿਆ, ਲੋਕਾਂ ਨੇ ਬਹੁਤ ਸਾਰੀ ਪ੍ਰਸ਼ੰਸਾ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਚਾਹੀਦਾ ਕਿ ਆਪਾਂ ਵੀ ਦਿਨ ਮਨਾਈਏ, ਆਪਣੇ ਢੰਗ ਨਾਲ ਮਨਾ ਲੈਂਦੇ, ਆਪਣੇ ਰਾਹ ਹੇਠ ਮਨਾ ਲੈਂਦੇ, ਪਰ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਮਨਾਇਆ ਜੀ? ਇਹ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਚਾਹੀਦਾ, ਪਰ ਜਿਸ ਤਰ੍ਹਾਂ ਇਹ ਵੱਡੇ ਪੱਧਰ ਦੇ ਉੱਤੇ ਮਨਾਇਆ ਗਿਆ, ਪੂਰੇ ਸੰਸਾਰ ਭਰ ਦੇ ਵਿੱਚ, ਵਰਲਡ ਦੇ ਵਿੱਚ ਸਾਹਿਬਜ਼ਾਦਿਆਂ ਦੇ ਜੋ ਇਤਿਹਾਸ ਸੀ ਉਸ ਦੀ ਜਾਣਕਾਰੀ ਮਿਲੀ, ਚਾਹੇ ਉਹ ਕੇਰਲਾ ਸੀ, ਕਰਨਾਟਕਾ ਸੀ, ਚਾਹੇ ਤ੍ਰਿਪੁਰਾ ਸੀ, ਮਨੀਪੁਰ ਸੀ, ਪੂਰੇ ਦਿੱਲੀ ਦੇ ਹਰ ਸੂਬੇ ਦੇ ਵਿੱਚ, ਹਰ ਸਕੂਲਾਂ ਦੇ ਵਿੱਚ, 에ਅਰਪੋਰਟਾਂ ਤੇ, ਮੈਟਰੋ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਔਰ ਪ੍ਰਸਾਰ ਹੋਇਆ। ਸੋ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮਨਾਉਣਾ ਚਾਹੀਦਾ ਸੀ। ਤੁਸੀਂ ਕਹਿ ਰਹੇ ਕਿ ਸ਼ਰਾਬ ਦੇ ਕੇਸ ਦੇ ਵਿੱਚ ਈਡੀ ਨੇ ਸਰਨਾ ਦੇ ਪਰਿਵਾਰ ਨੂੰ ਤਲਬ ਕੀਤਾ ਕਿ ਉਹ ਦੋਸ਼ੀ ਸਾਬਤ ਹੋ ਚੁੱਕੇ ਨੇ ਜੀ, ਪਰਿਵਾਰਕ ਮੈਂਬਰ। ਇਹ ਜੀ ਹੁਣ ਅੱਗੇ ਦੋਸ਼ੀ ਸਾਬਤ ਨਾ ਹੋਣ ਉਹਨਾਂ ਚਿਰ ਤਾਂ ਕੁਝ ਨਹੀਂ ਹੋ ਸਕਦਾ ਨਾ ਜੀ। ਤਲਬ ਤੇ ਹਰ ਕੁਝ ਕਿਸੇ ਨੂੰ ਕੀਤਾ ਜਾ ਸਕਦਾ। ਦੇਖੋ, ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਸਿੱਖ ਪੰਥ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਜਦੋਂ ਉਹ ਸਾਬਤ ਹੋਏਗਾ ਤੇ ਫਿਰ ਉਸ ਦੇ ਉੱਤੇ ਕਾਰਵਾਈ ਹੋਏਗੀ। ਜੇ ਉਸ ਦਾ ਨਾਮ ਵੀ ਕਿਤੇ ਆਉਂਦਾ ਹੈ ਤੇ ਉਹਦੇ ਉੱਤੇ ਕਾਰਵਾਈ ਬਣਦੀ ਆ, ਕਿਉਂਕਿ ਕਾਫੀ ਚਾਹੁੰਦਾ ਜੀ ਤੁਹਾਡੇ ਇੱਕ ਅਹੁਦੇਦਾਰ ਦੇ ਉੱਤੇ ਵੀ ਇਲਜ਼ਾਮ ਸੀ ਨਾ, ਉਹਨੇ ਲਿਖਿਆ ਉਹਦੇ ਇੱਕ ਧਾਰਮਿਕ ਪ੍ਰੋਗਰਾਮ ਚ ਕਿਹਾ ਸੀਗਾ ਗੁਰੂ ਗ੍ਰੰਥ ਸਾਹਿਬ ਚ ਭਗਤ ਸਿੰਘ ਦੀ ਬਾਣੀ ਦਰਜ ਹੈ। ਨਹੀਂ, ਦੇਖੋ, ਕੋਈ ਜਿਹੜੀ ਬੋਲਦੇ ਆ ਕੋਈ ਅੱਖਰ ਬਾਅਦ ਕਾਟ ਹੋਣਾ, ਉਹਨਾਂ ਨੇ ਗ੍ਰੰਥ ਸਾਹਿਬ ਦੇ ਵਿੱਚ ਭਗਤ ਸਿੰਘ ਦੀ ਬਾਣੀ ਦਰਜ ਨਹੀਂ, ਭਗਤਾਂ ਦੀ ਬਾਣੀ ਦੀ ਗੱਲ ਸੀ, ਭਗਤ ਸਿੰਘ ਨਹੀਂ। ਉਹ ਕਿਤੇ ਸਲਿਪ ਆਫ ਟੰਗ ਹੋ ਗਿਆ ਹੋਏਗਾ, ਪਰ ਉਹ ਇਹ ਕੋਈ ਇੰਟੈਂਸ਼ਨ ਕੋਈ ਇਹੋ ਜੀ ਨਹੀਂ ਸੀ ਕਿ ਵੀ ਕੋਈ ਗਲਤ ਬੋਲਣਾ ਹੈ। ਲੇਕਿਨ ਉਹ ਬਿਲਕੁਲ ਉਹਨਾਂ ਨੇ ਪਛਤਾਵਾ ਵੀ ਉਸ ਗੱਲ ਦਾ ਕੀਤਾ ਹੈ ਕਿ ਵੀ ਜੇ ਕੋਈ ਗਲਤ ਉਹਦੇ ਚੋਂ ਬੋਲਿਆ ਗਿਆ। ਉਹਨਾਂ ਦਾ ਕਹਿਣ ਦਾ ਮਕਸਦ ਸੀ ਭਗਤਾਂ ਦੀ ਬਾਣੀ, ਲੇਕਿਨ ਉਹ ਭਗਤ ਸਿੰਘ ਕਹਿ ਗਿਆ, ਉਹ ਸਲਿਪ ਆਫ ਟੰਗ। ਸਰਨਾ ਸਾਹਿਬ ਤੇ ਦੋਸ਼ ਲੱਗਣ ਦੇ ਨੇ, ਹੁਣ ਅਗਰ ਨੂੰ ਤਲਬ ਕਰਨਾ, ਉਹ ਤਲਬ ਹੋ ਜਾਣੇ ਚਾਹੀਦੇ ਨੇ। ਤੁਹਾਡੇ ਦੋਸ਼ੀ ਗਲਤੀ ਵੀ ਕਰ ਦਿੰਦਾ ਵੀ ਕੋਈ ਹੋਣਾ ਚਾਹੀਦਾ, ਉਹ ਪਛਤਾਵਾ ਕਰਨਾ ਜੀ ਆਪਾਂ। ਦੇਖੋ, ਮੈਂ ਪਹਿਲਾਂ ਗੱਲ ਕਹੀ ਹੈ ਕਿ ਸਿੱਖ ਪੰਥ ਦੇ ਵਿੱਚ ਜਦੋਂ ਕਿਸੇ ਨਸ਼ੇ ਦੀ ਇਨਵੋਲਵਮੈਂਟ ਕਿਸੇ ਦੀ ਆਉਂਦੀ ਆ, ਉਸ ਨੂੰ ਤੁਰੰਤ ਉਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਇਹ ਇਨਵੈਸਟੀਗੇਸ਼ਨ ਸਰਕਾਰਾਂ ਨੇ, ਕਦੋਂ ਸਰਕਾਰਾਂ ਦੀ ਇਨਵੈਸਟੀਗੇਸ਼ਨ ਹੋਏਗੀ, ਕਦੋਂ ਕਾਰਵਾਈ ਹੋਏਗੀ? ਜੇ 10 ਸਾਲ ਕੇਸ ਚੱਲੇਗਾ ਤਾਂ 10 ਸਾਲ ਬਾਅਦ ਕਾਰਵਾਈ ਨਹੀਂ ਹੋਏਗੀ, ਇਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਿਛਲੇ ਦਿਨੇ ਕੋਈ ਵਿਵਾਦਿਤ ਬਿਆਨ ਦਿੱਤਾ ਸੀਗਾ ਜੀ, ਗੁਰਦੁਆਰਾ ਸਾਹਿਬ ਤੋਂ ਗੋਲਕਾਂ ਚੁੱਕ ਦੇਣੀਆਂ ਚਾਹੀਦੀਆਂ ਨੇ ਤੇ ਸੰਗਤ ਸਿਰਫ ਸ਼ਰਧਾ ਨਾਲ ਹੀ ਮੱਥਾ ਟੇਕੇ, ਤੇ ਕਈ ਤਾਂ ਸ਼੍ਰੋਮਣੀ ਕਮੇਟੀ ਦੇ ਸੰਦਰਭ ਸੀ ਗੱਲ ਕਿ ਅੱਧੇ ਮੈਂਬਰ ਅਸਤੀਫਾ ਦੇ ਜਾਣਗੇ। ਦਿੱਲੀ ਕਮੇਟੀ ਦੇ ਵੀ ਮੈਂਬਰ ਨੇ, ਦਿੱਲੀ ਕਮੇਟੀ ਦੇ ਵੀ ਗੋਲਕਾਂ ਨੇ, ਸਾਰੇ ਗੁਰੂ ਘਰਾਂ ਦੇ ਗੋਲਕਾਂ ਨੇ, ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਿਰਿਆ? ਨਹੀਂ ਜੀ, ਇਹਦੇ ਬਾਰੇ ਗੁਰੂ ਘਰ ਦੇ ਵਿੱਚ ਗੋਲਕਾਂ ਤੋਂ ਬਗੈਰ ਗੁਰੂ ਘਰ ਦਾ ਪ੍ਰਬੰਧ ਕਿਵੇਂ ਚੱਲੇਗਾ? ਔਰ ਗੋਲਕਾਂ ਸੰਗਤ ਦੀ ਸ਼ਰਧਾ ਹੈ। ਸੰਗਤ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਦੋਂ ਨਤਮਸਤਕ ਹੁੰਦੀ ਆ ਤੇ ਜੋ ਵੀ ਭੇਟਾਵਾਂ ਦਿੰਦੀ ਆ, ਸੋ ਇਹ ਮੈਂ ਸਮਝਦਾ ਸੀ ਇਸ ਗੱਲ ਨਾਲ ਸਹਿਮਤ ਨਹੀਂ ਹੈ। ਗੁਰੂ ਘਰ ਦੇ ਵਿੱਚ ਗੋਲਕਾਂ ਹੋਣੀਆਂ ਚਾਹੀਦੀਆਂ। ਧਰਮਗੁਰਤਾ ਲਹਿਰ ਕੈਸੀ ਚੱਲ ਰਹੀ ਹੈ ਜੀ ਪੰਜਾਬ ਦੀ? ਦਿਓ ਜੀ ਜਵਾਬ, ਦੱਸੋ ਹੋਮਾ ਜੀ। ਇਹ ਤਾਂ ਵੇਖੋ, ਅਸੀਂ 3 ਅਗਸਤ ਤੋਂ ਜਦੋਂ ਦਾ ਇੱਥੇ ਦਫ਼ਤਰ ਖੋਲ੍ਹਿਆ ਵਾ, ਅਸੀਂ ਲਗਾਤਾਰ ਪਿੰਡਾਂ 'ਚ ਆ। ਗੁਰੂ ਸਾਹਿਬ ਦੇ ਜਿਹੜੇ ਅਸਥਾਨ ਨੇ, ਗੁਰਦੁਆਰਾ ਸਾਹਿਬ, ਉੱਥੇ ਸੰਗਤ ਨੂੰ ਜਾ ਕੇ ਸੰਬੋਧਨ ਕਰੀਦਾ, ਸਿੱਖ ਧਰਮ ਦੇ ਤੋਂ ਜਾਣੂ ਕਰਵਾਈਦਾ, ਇਤਿਹਾਸ ਤੋਂ ਜਾਣੂ ਕਰਾਈਦਾ, ਗੁਰ ਇਤਿਹਾਸ ਤੋਂ ਜਾਣੂ ਕਰਾਈਦਾ। ਪਿੰਡਾਂ 'ਚ ਸ਼ਾਮ ਨੂੰ ਅਸੀਂ ਪ੍ਰੋਜੈਕਟਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜਿਆ, ਧਰਮ ਪ੍ਰਚਾਰ ਕਮੇਟੀ ਪੰਜਾਬ ਨੂੰ। ਸ਼ਾਮ ਨੂੰ ਪਿੰਡਾਂ ਦੇ ਵਿੱਚ ਜਿਹੜੀਆਂ ਧਾਰਮਿਕ ਤੇ ਇਤਿਹਾਸਕ ਫਿਲਮਾਂ ਜਿਹੜੀਆਂ ਨੇ ਵਿਖਾਈਆਂ ਜਾ ਰਹੀਆਂ। ਸਕੂਲਾਂ ਦੇ ਵਿੱਚ ਜੋ ਵਿਦਿਆਰਥੀ ਨੇ ਉਹਨਾਂ ਨੂੰ ਜਾ ਕੇ ਡਾਇਰੈਕਟ ਸੰਬੋਧਨ ਕੀਤਾ ਜਾ ਰਿਹਾ ਤੇ ਗੁਰ ਇਤਿਹਾਸ ਤੋਂ ਉਹਨਾਂ ਨੂੰ ਜਿਹੜਾ ਵਾ ਜਾਣੂ ਕਰਵਾਇਆ ਜਾ ਰਿਹਾ। ਜਿਹੜੇ ਲੋਕ ਧਰਮ ਪਰਿਵਰਤਨ ਕਰ ਗਏ ਸੀ, 2-3 ਵਾਰੀ ਆਪ ਜੀ ਦੇ ਸਾਹਮਣੇ ਉਹਨਾਂ ਨੂੰ ਪੇਸ਼ ਵੀ ਕੀਤਾ, ਤੇ ਹੋਰ ਲੋਕ ਵੀ ਜਿਹੜੇ ਆ ਉਹਨਾਂ ਨੇ ਆਪਣਾ ਜਿਹੜਾ ਵਾ ਘਰ ਵਾਪਸੀ ਕੀਤੀ ਆ। ਤੇ ਅੱਗੇ ਤੋਂ ਇਹ ਗੱਲ ਧਰਮ ਪਰਿਵਰਤਨ ਦੀ ਜਿਹੜੀ ਆ ਪੰਜਾਬ ਦੀ ਜਿਹੜੀ ਆ ਠੱਲ ਪਈ ਆ, ਰੁਕੀ ਆ। ਕਿਹੜੀਆਂ ਫਿਲਮਾਂ, ਧਾਰਮਿਕ ਫਿਲਮਾਂ ਕਿਹੜੀਆਂ ਦਿਖਾਈਆਂ ਜਾ ਰਹੀਆਂ ਨੇ? ਅੰਗਰੇਜ਼ ਸਿੰਘ, ਇੱਕ ਮਿੰਟ, ਆਪਣੇ ਸਾਰੀਆਂ ਜਿਸ ਤਰ੍ਹਾਂ 4 ਸਾਹਿਬਜ਼ਾਦੇ, 4 ਸਾਹਿਬ ਜਿਵੇਂ ਕਿ 4 ਸਾਹਿਬਜ਼ਾਦੇ। ਐਸਜੀਪੀਸੀ ਨੇ ਕਿਹਾ ਕਿ ਫਿਲਮਾਂ ਤੇ ਨਾਟਕਾਂ ਤੇ ਰੋਕ ਲਾਵਾਂਗੇ, ਇਸ ਤਰੀਕੇ ਨਾਲ ਕਹਿੰਦੇ ਕਿ ਬੇਇੱਜ਼ਤੀ ਹੁੰਦੀ ਹੈ ਜਾਂ
ਗਲਤ ਅਸਰ ਪੈਂਦਾ ਬੱਚਿਆਂ ਦੇ ਕਾਰਟੂਨ ਵਰਗੀਆਂ ਫਿਲਮਾਂ ਦਿਖਾਉਣੀਆਂ ਧਾਰਮਿਕ ਮਸਲੇ ਫਿਲਮ ਦਿਖਾਉਣੀ ਰੋਕ ਲਾਈ ਹੋਈ ਵੇਖੋ ਜਿਹੜੀਆਂ ਫਿਲਮਾਂ ਜਿਹੜੀਆਂ ਪਹਿਲਾਂ ਆਲਰੇਡੀ ਵਿਖਾਈਆਂ ਜਾ ਚੁੱਕੀਆਂ ਨੇ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਉਹੋ ਹੀ ਫਿਲਮਾਂ ਪਿੰਡਾਂ 'ਚ ਵਿਖਾਈਆਂ ਜਾ ਰਹੀਆਂ ਨੇ। ਦੇਖੋ ਜਿਹੜੀਆਂ ਫਿਲਮਾਂ ਹੈ ਇਹਨਾਂ ਫਿਲਮਾਂ ਦੇ ਮਾਧਿਅਮ ਦੇ ਨਾਲ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਜਾਣਕਾਰੀ ਮਿਲੀ। ਜੇ ਆਪਾਂ ਚਾਰ ਸਾਹਿਬਜ਼ਾਦੇ ਫਿਲਮ ਦੀ ਗੱਲ ਕਰੀਏ ਤੇ ਪੂਰੇ ਸੰਸਾਰ ਭਰ ਦੇ ਵਿੱਚ ਉਹ ਫਿਲਮ ਨੂੰ ਕਈ ਵਾਰ ਬੱਚਿਆਂ ਵੱਲੋਂ ਵੇਖਿਆ ਗਿਆ। ਸਾਹਿਬਜ਼ਾਦਿਆਂ ਦੀ ਜੀਵਨੀ ਦੇ ਬਾਰੇ ਜਾਣਕਾਰੀ ਮਿਲੀ ਲੋਕਾਂ ਨੂੰ। ਇਸ ਵਾਰੀ ਉਹ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਦਿਖਾਉਣ ਤੇ ਰੋਕ ਲਗਾ ਦਿੱਤੀ ਗਈ ਸੀ। ਨਾ ਉਸ ਨੂੰ ਚੜ੍ਹਦੀ ਕਲਾ ਟੈਮ ਟੀਵੀ ਤੇ ਦਿਖਾਇਆ ਗਿਆ, ਨਾ ਉਹਨੂੰ ਪੀਟੀਸੀ ਤੇ ਤੇ ਨਾ ਹੀ ਕਿਸੇ ਹੋਰ ਚੈਨਲ ਉੱਤੇ, ਮਤਲਬ ਕਿ ਰੋਕ ਹੀ ਲਗਾ ਦਿੱਤੇ ਸੀ ਕਿ ਨਹੀਂ ਦਿਖਾਣੀ। ਜੇ ਅਸੀਂ ਸਾਰਾ ਕੁਝ ਆਪਣਾ ਬੰਦ ਕਰਕੇ ਰੱਖ ਲਾਂਗੇ ਤੇ ਫਿਰ ਆਪਣੇ ਧਰਮ ਦੀ ਆਪਣੇ ਇਤਿਹਾਸ ਦੀ ਜਾਣਕਾਰੀ ਲੋਕਾਂ ਨੂੰ ਕਿਸ ਤਰ੍ਹਾਂ ਦੂਰ ਤੱਕ ਪਹੁੰਚਾਵਾਂਗੇ। ਅਸੀਂ ਸਮਝਦੇ ਹਾਂ ਕਿ ਜਾਣਕਾਰੀ ਜਿਹੜੀ ਆ ਦੂਰ ਤੱਕ ਪਹੁੰਚਣੀ ਚਾਹੀਦੀ ਆ। ਬਾਕੀ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਉਹ ਹੁਕਮ ਜਿਹੜਾ ਉਹ ਸਿਰ ਮੱਥੇ। ਦਿੱਲੀ ਕਮੇਟੀ ਵੱਲੋਂ ਵੀ ਆਪਣਾ ਚੈਨਲ ਸ਼ੁਰੂ ਕੀਤਾ ਜਾਏਗਾ ਪ੍ਰਚਾਰ ਵਾਸਤੇ। ਦਿੱਲੀ ਕਮੇਟੀ ਵੱਲੋਂ ਜੀ ਸਾਡੇ ਆਲਰੇਡੀ ਜਿਹੜੇ YouTube ਚੈਨਲ ਹੈ ਜਿਹਦੇ ਤੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਊ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਦਾ ਪ੍ਰਸਾਰਣ ਨਿੱਤਾ ਪ੍ਰਤੀ ਆਲਰੇਡੀ ਚੱਲ ਰਿਹਾ ਹੈ। ਉਹ ਅਸੀਂ ਜੋ ਵੀ ਪ੍ਰੋਗਰਾਮ ਹੈ ਜਿੰਨਾ ਵੀ ਗੁਰਬਾਣੀ ਦਾ ਉਹ ਰੋਜ਼ ਉੱਤੋਂ ਚੱਲ ਰਿਹਾ ਹੈ। ਧੰਨਵਾਦ ਜੀ। ਬਹੁਤ ਧੰਨਵਾਦ। ਲੰਗਰ ਪਾਣੀ ਸਾਰਿਆਂ ਨੂੰ